ਖਸਮ ਸੋੜ ਦੂਜਾ ਲੱਗੇ, ਡੁੱਬੇ ਸੇ ਬਣਜਾਰਿਆ। ਸਤਿਗੁਰੂ ਆ ਬੋਹੇ ਤਾ, ਬਿਰਲਾ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ, ਤਾਂ ਲਾਜ ਮਰਾਈਐ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ। ਖਸਮ ਸੋੜ ਦੂਜਾ ਲੱਗੇ, ਡੁੱਬੇ ਸੇ ਬਣਜਾਰਿਆ। ਬਣਜਾਰਾ ਕਿਹਨੂੰ ਕਿਹਾ? ਇਹ ਜੀਵ ਨੂੰ ਕਿਹਾ ਬਣਜਾਰਾ। ਇਹ ਵੰਜ ਕਰਨ ਵਾਸਤੇ ਆਇਆ, ਸੱਚ ਦਾ ਵੰਜ ਕਰਨ ਵਾਸਤੇ, ਝੂਠ ਦਾ ਵੰਜ ਕਰਨ ਵਾਸਤੇ ਨਹੀਂ ਆਇਆ। ਜੇ ਝੂਠ ਦਾ ਵੰਜ ਕਰਦਾ ਤਾਂ ਨਰਕਾਂ ਦਾ ਅਧਿਕਾਰੀ ਹੁੰਦਾ ਹੈ। ਜੇ ਸੱਚ ਦਾ ਵੰਜ ਕਰਦਾ ਤਾਂ ਸਵਰਗਾਂ ਦਾ ਅਧਿਕਾਰੀ ਹੁੰਦਾ। ਵੰਜ ਕਰੋ ਬਣਜਾਰਿਓ, ਵੱਖਰ ਲਿਓ ਸੰਭਾਲ। ਬਈ ਤੁਸੀਂ ਇਸ ਦੁਨੀਆ ਤੇ ਆਏ ਹੋ ਕਾਹਦੇ ਵਾਸਤੇ? ਵਣਜ ਕਰਨ ਵਾਸਤੇ। ਸੱਚ ਦਾ ਵਣਜ ਕਰਨਾ, ਝੂਠ ਦਾ ਨਹੀਂ ਕਰਨਾ। ਵਣਜ ਕਰੋ ਬਣਜਾਰਿਓ, ਵੱਖਰ ਲਿਓ ਸੰਭਾਲ। ਇਹ ਜਿਹੜੀ ਸਵਾਸਾਂ ਦੀ ਪੂੰਜੀ ਹੈ, ਇਹ ਜਿਹੜਾ ਸਾਨੂੰ ਮਾਲਕ ਨੇ ਸਮਾਂ ਬਖਸ਼ਿਆ, ਇਸ ਨੂੰ ਅਸੀਂ ਸੰਭਾਲਣਾ ਹੈ। ਜੇ ਇਹ ਸਮਾਂ ਸਾਡੇ ਹੱਥੋਂ ਨਿਕਲ ਗਿਆ, ਫਿਰ ਮੁੜ ਕੇ ਸਮਾਂ ਹੱਥ ਨਹੀਂ ਆਉਣਾ। ਫਿਰ ਬੰਦਾ ਜਿਵੇਂ 84 ਦੇ ਗੇੜ 'ਚੋਂ ਆਇਆ ਤੇ 84 ਦੇ ਗੇੜ ਵਿੱਚ ਚਲਿਆ ਜਾਂਦਾ। ਖਸਮ ਸੋੜ ਦੂਜਾ ਲੱਗੇ। ਸਾਡਾ ਖਸਮ ਕੌਣ ਹੈ? ਇਸ ਜਗ में एक पुरख है, होर सगली नार समाई। खसम भी है, पुरख भी है, साडा दाता भी है, सब कुछ साडा मालक है। गुरु नानक है साडा सब कुछ। ਅਸੀਂ ਉਹਨਾਂ ਨੂੰ ਛੱਡ ਕੇ ਜੇ ਕੱਚੇ ਲੋਕਾਂ ਮਗਰ ਲੱਗਾਂਗੇ, ਟੂਣੇ ਟਾਮਣ ਵਾਲਿਆਂ ਮਗਰ ਲੱਗਾਂਗੇ, ਕੋਈ ਤਾਗੇ ਤਵੀਤ ਕਰਦੇ ਆ, ਕੋਈ ਮੜੀਆਂ ਮਸਾਣੀਆਂ ਨੂੰ ਪੂਜਦੇ ਆ, ਕੋਈ ਦਰਖਤਾਂ ਦੀਆਂ ਜੜ੍ਹਾਂ 'ਚ ਤੇਲ ਚੋਂਦੇ ਆ, ਉਹ ਕੱਚੇ ਕੰਮ ਆ, ਕੱਚੇ। ਬਾਬਾ ਜੀ ਕਿਰਪਾ ਕਰਦੇ ਸੀ ਐਸ ਆਸਣ ਤੇ ਬੈਠ ਕੇ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਜਵੰਦੇ ਵਿਸੜੇ, ਉਹ ਮੋਇਆ ਨਾ ਜਾਈ ਸੋੜ। ਬਾਬਾ ਜੀ ਸਾਡੀ ਮੋਇਆ ਦੀ ਵੀ ਬਾਂਹ ਨਹੀਂ ਛੱਡਣਗੇ। ਦਰਗਾਹ ਵਿੱਚ ਸਾਨੂੰ ਆਪਣੇ ਚਰਨਾਂ ਵਿੱਚ ਲਿਜਾਣਗੇ, ਪਰ ਅਸੀਂ ਕੱਚੇ ਲੋਕਾਂ ਦੀ ਸੰਗਤ ਨਹੀਂ ਕਰਨੀ। ਅਸੀਂ ਆਪਣੇ ਮਾਲਕ ਦਾ ਦਰ ਛੱਡ ਕੇ ਥਾਂ ਥਾਂ ਤੇ ਠੋਕਰਾਂ ਨਹੀਂ ਖਾਣੀਆਂ, ਹੋਰ ਕਿਸੇ ਕੱਚੇ ਪਾਸੇ ਧੱਕੇ ਨਹੀਂ ਖਾਣੇ। ਅਸੀਂ ਉਹਨਾਂ ਚੀਜ਼ਾਂ ਤੋਂ ਬਚਣਾ। ਬਾਬਾ ਜੀ ਕਹਿੰਦੇ ਸੀ, ਭਾਈ ਇਹ ਜਿਹੜਾ ਦਰ ਹੈ,
ਜਿੱਥੇ ਬਾਬਾ ਨੰਦ ਸਿੰਘ ਜੀ ਨੇ ਤਪੱਸਿਆ ਕੀਤੀ, ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਤਪੱਸਿਆ ਕੀਤੀ, ਉਹਨਾਂ ਦੀ ਸੇਵਾ, ਉਹਨਾਂ ਦੇ ਅਨਲ ਸੇਵਕ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ 7 ਸਾਲ ਗਾਗਰ ਦੀ ਸੇਵਾ ਕੀਤੀ, ਉਹ ਮਹਾਪੁਰਸ਼ ਜਿਨ੍ਹਾਂ ਨੇ ਆਹ ਗੁਰਦੁਆਰਾ ਸਾਰਾ ਆਪਣੇ ਮੋਢਿਆਂ ਤੋਂ ਦੀ ਪਾਣੀ ਪਾਇਆ, ਉਹ ਸੇਵਾ ਕੀਤੀ ਬੜੀ ਔਖੀ ਤੋਂ ਔਖੀ। ਉਹ ਕਰਾਉਣ ਵਾਲਾ ਕੌਣ ਸੀ? ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਉਹ ਸੇਵਾ ਕਰਾਉਣ ਵਾਲੇ ਮਹਾਂਪੁਰਸ਼ ਸੀ। ਅੱਜ ਬਾਬਾ ਜੀ ਕਿੱਥੇ ਹੈ? ਉਹ ਕਿਤੇ ਗਏ ਨਹੀਂ, ਉਹ ਤਾਂ ਆਪਣੇ ਦਰਗਾਹੀ ਮਹਾਂਪੁਰਸ਼ ਆਪਣੀਆਂ ਡਿਊਟੀਆਂ ਕਰਕੇ ਅੱਗੇ ਆਪਣੀ ਡਿਊਟੀ ਨੂੰ ਚਲਾ ਜਾਂਦੇ ਆ। ਉਹਨਾਂ ਦੇ ਕੰਮ, ਉਹਨਾਂ ਦੀਆਂ ਡਿਊਟੀਆਂ ਦਿਨੋਂ ਦਿਨ ਸਵਾਈਆਂ ਚੱਲਦੀਆਂ ਰਹਿੰਦੀਆਂ। ਖਸਮ ਸੋੜ ਜਿਹੜੇ ਲੋਕ ਆਪਣੇ ਮਾਲਕ ਨੂੰ ਛੱਡ ਕੇ ਪਾਸੇ ਤੁਰੇ ਫਿਰਦੇ ਆ ਤੇ ਕਹਾਉਣਾ ਬਰੀ ਇਹ ਜੀ ਪਾਉਣੀ, ਮੈਂ ਤਾਂ ਖਸਮ ਵਾਲੀ ਆ, ਕਹਿਣਾ ਮੈਂ ਮਾਲਕ ਵਾਲੀ ਆ। ਮਾਲਕ ਨਾਨਕਸਰ ਦੇ ਮਾਲਕ ਨੂੰ ਕਹਾਉਣਾ, ਨਾਨਕਸਰ ਦੇ ਕਹਾਉਣਾ ਤੇ ਧੱਕੇ ਬਾਹਰ ਖਾਂਦੇ ਫਿਰਨਾ, ਮੰਗਦੇ ਫਿਰਨਾ ਲੋਕਾਂ ਤੋਂ, ਮਾਇਆ ਮੰਗਦੇ ਫਿਰਨਾ, ਹੱਥ ਅੱਡਦੇ ਫਿਰਨਾ। ਬਾਬਾ ਜੀ ਕਹਿੰਦੇ ਸੀ ਜਿਹੜਾ ਨਾਨਕਸਰ ਦਾ ਨਾਂ ਲੈ ਕੇ ਪੈਸੇ ਮੰਗਦਾ ਨਾ, ਉਹਦਾ ਗੁੱਟ ਵੜ ਦਿਓ, ਗੁੱਟ। ਆਹ ਵਚਨ ਕਰਦੇ ਸੀ ਬਾਬਾ ਜੀ। ਤੇ ਬਾਬਾ ਜੀ ਦੀ ਐਡੀ ਵੱਡੀ ਕਮਾਈ, ਐਡੀ ਮਹਾਨ ਸੇਵਾ, ਇੰਨੀ ਤਪੱਸਿਆ ਕਿ ਬਾਬਾ ਜੀ ਕਿਤੇ ਗਏ ਆ? ਉਹ ਕਿਤੇ ਨਹੀਂ ਗਏ। ਉਹ ਐਸੇ ਜਗ੍ਹਾ ਤੇ ਹੈ। ਆ ਕਿੰਨਾ ਸੋਹਣਾ ਸਥਾਨ ਸਾਡੇ ਵਾਸਤੇ ਕਿਰਪਾ ਕਰ ਗਏ। ਆ ਭਿਆਨਕ ਸਮਾਂ ਆਇਆ ਜਿਹਨੂੰ ਕਰੋਨਾ ਵਗੈਰਾ ਕਹਿੰਦੇ ਆ, ਮਹਾਮਾਰੀ। ਕਿੰਨਾ ਲੋਕਾਂ ਦੇ ਮਨਾਂ ਉੱਤੇ ਡਰ, ਭੈ, ਪਰ ਬਾਬਾ ਜੀ ਕਹਿੰਦੇ ਸੀ ਭਾਈ ਸਿਮਰਨ ਨਾ ਛੱਡੋ, ਬਾਣੀ ਪੜ੍ਹਨੀ ਨਾ ਛੱਡੋ, ਆਪਣੇ ਮਾਲਕ ਦਾ ਧਿਆਨ ਕਰਨਾ ਨਾ ਛੱਡੋ, ਤੇ ਫਿਰ ਤੁਹਾਡੀ ਕੋਈ ਹਵਾ ਵੱਲ ਨਹੀਂ ਝਾਕ ਸਕਦਾ। ਸੋਡੇ ਤੇ ਗੁਰੂ ਨਾਨਕ ਦੀ ਮਿਹਰ ਰਹੇਗੀ। ਜੇ ਭਾਈ ਤੁਸੀਂ ਆਪਣੇ ਮਾਲਕ ਨੂੰ ਛੱਡ ਦਿੱਤਾ, ਫਿਰ ਡੁੱਬਣ ਦੇ ਸਾਰ ਬਣ ਜਾਂਦੇ ਆ। ਖਸਮ ਸੋਟ ਦੂਜਾ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਡੁੱਬਣਾ ਕਿਹਨੇ ਹੈ? ਜਿਹਨੇ ਭਾਈ ਗੁਰੂ ਨਾਨਕ ਦੇ ਚਰਨ ਛੱਡ ਦੇਣੇ ਆ। ਜਿਹੜੇ ਗੁਰੂ ਘਰ ਤੋਂ ਦੂਰ ਹੋ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਉਹਨਾਂ ਦੇ ਲਈ ਫਿਰ ਬੜੀਆਂ ਔਕੜਾਂ ਆਉਂਦੀਆਂ, ਬੜੇ ਮਾੜੇ ਸਮੇਂ ਆਉਂਦੇ ਆ, ਬੜੇ ਡਰ ਵੀ ਲੱਗਦੇ ਆ, ਭੈ ਵੀ ਆਉਂਦੇ ਆ। ਇਸ ਲਈ ਅਸੀਂ ਆਪਣੇ ਮਾਲਕ ਤੋਂ ਦੂਰ ਨਹੀਂ ਜਾਣਾ। ਖਸਮ ਸੋਟ ਦੂਜਾ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਸਤਿਗੁਰੂ ਹੈ ਬੋਹੇ ਥਾ, ਬਿਰਲਾ ਕਿਨਾ ਵਿਚਾਰਿਆ। ਕਿੱਥੇ ਆ ਸਤਿਗੁਰੂ? ਉਹ ਆਪਣੇ ਆਨੰਦ ਵਿੱਚ ਬੈਠੇ ਆ, ਸੋਹਣੇ ਸੱਚਖੰਡ ਵਿੱਚ ਬੈਠੇ ਆ, ਸਾਨੂੰ ਸਾਹਮਣੇ ਦਰਸ਼ਨ ਦੇ ਰਹੇ ਆ। ਤੇ ਉਹਨਾਂ ਦੀ ਕਿਰਪਾ ਕਿੱਥੇ ਚੱਲਦੀ ਹੈ? ਕਿਰਪਾ ਚੱਲਦੀ ਹੈ ਉਹਨਾਂ ਦੇ ਪਿਆਰਿਆਂ ਦੇ ਰਾਹੀਂ। 10 ਗੁਰੂ ਕਿਤੇ ਗਏ ਨਹੀਂ, ਉਹ ਕਿੱਥੇ ਹੈ? ਸੱਚਖੰਡ ਦੇ ਵਿੱਚ। ਜਿਸ ਕੀ ਬਾਣੀ ਤਿਸ ਮੈਂ ਸਮਾਣੀ, ਬਾਣੀ ਵਿੱਚ ਸਮਾਏ ਹੋਏ ਹੈ।
ਪਰ ਵਰਤਦੇ ਕਿਹਦੇ ਰਾਹੀਂ ਹੈ? ਉਹਨਾਂ ਦੀ ਕਿਰਪਾ ਵਰਤ ਰਹੀ ਹੈ, ਉਹ ਮਹਾਂਪੁਰਸ਼ਾਂ ਰਾਹੀਂ ਵਰਤਦੇ ਹੈ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਹੈ। ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਨਾ, ਪਰ ਸੰਤ ਹੋਵੇ ਸਵਾਦੂ ਨਾ ਹੋਵੇ। ਜਦੋਂ ਤੋਂ ਮਾਂ ਦੇ ਪੇਟ ਤੋਂ ਜਨਮ ਲੈ ਲਿਆ, ਕਿਤੇ ਮੰਦੇ ਪੈਰ ਨਾ ਰੱਖਿਆ ਹੋਵੇ। ਬਾਬਾ ਜੀ ਕਿਰਪਾ ਕਰਦੇ ਸੀ, ਭਾਈ ਅਸੀਂ ਦ੍ਰਿਸ਼ਟੀ ਕਹੇ ਜੀ ਰੱਖਣੀ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣੇ। ਬਰਾਬਰ ਦੀਆਂ ਨੂੰ ਭੈਣਾਂ, ਵੱਡੀਆਂ ਨੂੰ ਮਾਵਾਂ, ਛੋਟੀਆਂ ਨੂੰ ਬੱਚੀਆਂ। ਏਕਾ ਨਾਰੀ, ਜਿਹੜਾ ਆਪਣੇ ਘਰ ਤੇ ਖੜਾ ਉਹਨੂੰ ਵੀ ਜਤੀ ਦੱਸਿਆ। ਰਾਜ ਮੈਂ ਰਾਜਾ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਧਿਆਏ ਧਿਆਏ ਭਗਤਾ ਸੁਖ ਪਾਇਆ, ਨਾਨਕਨ ਪੁਰਖਾ ਕਿਨੇ ਅੰਤ ਨਾ ਪਾਇਆ। ਬਾਬਾ ਜੀ ਕਹਿੰਦੇ ਸੀ ਭਾਈ ਜਿਹੜਾ ਸਾਡਾ ਘਰ ਹੈ, ਆ ਨਾਨਕ ਸਰਵ ਹੈ, ਇਹ ਬਰਕਤੀਆਂ ਦਾ ਸਥਾਨ ਹੈ। ਇਹ ਜਿਹੜੀ ਜਗ੍ਹਾ ਹੈ, ਇੱਥੇ ਤਾਂ ਪੁੱਠੀ ਤੇਗ ਦੇ ਉੱਤੇ ਤੁਰਨਾ, ਤੇਗ ਜਿਵੇਂ ਤੇਗ ਤੇ ਪੈਰ ਧਰਨਾ ਹੋਵੇ ਨਾ, ਉਹ ਹੈ। ਆਪਣੇ ਸਰੀਰ ਨੂੰ, ਆਪਣੇ ਆਪ ਨੂੰ ਕੰਟਰੋਲ ਰੱਖਣਾ, ਜੀਵਨ ਬਣਾ ਕੇ ਰੱਖਣਾ। ਜੇ ਇੱਥੇ ਰਹਿ ਕੇ ਚੋਲੇ ਪਾ ਕੇ ਜੀਵਨ ਤੋਂ ਗਿਰ ਜਾਂਦਾ, ਬਾਬਾ ਜੀ ਕਹਿੰਦੇ ਸੀ ਫਿਰ ਉਹਨੂੰ ਉਹ ਪ੍ਰਸੰਨਤਾ ਨਹੀਂ ਮਿਲਦੀ। ਪੂਜਾ ਵੀ ਹੋ ਜਾਏਗੀ, ਬਾਬਾ ਬਾਬਾ ਵੀ ਹੋ ਜਾਏਗੀ, ਪਰ ਜਿਹੜੀ ਮਾਲਕ ਦੀ ਸ਼ਕਤੀ ਹੈ, ਮਾਲਕ ਦੀ ਪ੍ਰਸੰਨਤਾ ਹੈ, ਉਹ ਨਹੀਂ ਮਿਲਦੀ। ਉਹ ਕਿਹਦੇ ਤੇ ਹੋਵੇਗੀ? ਉਹ ਇੱਕ ਤੇ ਹੋਵੇਗੀ। ਅੱਜ ਕੱਲ ਕਈ ਲੋਕ ਕਹਿਣਗੇ ਬਾਬਾ ਜੀ ਕਹਿੰਦੇ ਸੀ ਅਸੀਂ ਆਪਣੇ ਵਰਗੇ ਲੱਖਾਂ ਬਣਾ ਦੇਵਾਂਗੇ, ਕੋਈ ਬਾਬਾ ਜੀ ਵਰਗਾ ਬਣ ਜਾਏਗਾ। ਬਾਬਾ ਜੀ ਬਚਨ ਕਰਦੇ ਸੀ ਬਈ ਮਿਆਨ ਵਿੱਚ ਤਲਵਾਰ ਇੱਕੋ ਹੀ ਪੈਂਦੀ ਹੈ, ਦੋ ਨਹੀਂ ਪੈਂਦੀਆਂ। ਜਿਵੇਂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ, ਉਹਨਾਂ ਦਾ ਬਚਨ ਹੈ। ਉਹਨਾਂ ਦੇ ਸਪੁੱਤਰ ਬਾਬਾ ਟਲ ਰਾਏ ਜੀ ਕਿਤੇ ਬੱਚਿਆਂ ਨਾਲ ਖੇਡ ਰਹੇ ਹੈ। ਉਹ ਇੱਕ ਬੱਚੇ ਸਿਰ ਦਾਈ ਆ ਗਈ, ਮੋਹਣ ਜੀ ਸਿਰ, ਤੇ ਉਹ ਸਰੀਰ ਛੱਡ ਗਿਆ, ਸੱਪ ਲੜ ਗਿਆ, ਤੇ ਉਹਨੂੰ ਲਈ ਜਾਂਦੇ ਹੈ। ਤੇ ਆਪ ਬਾਬਾ ਟਲ ਜੀ ਮੈਦਾਨ ਵਿੱਚ ਚਲੇ ਗਏ ਖੇਡਣ ਵਾਸਤੇ। ਕਹਿੰਦੇ ਵੀ ਮੋਹਣ ਜੀ ਨੂੰ ਸੱਦੋ, ਤੇ ਕਹਿੰਦੇ ਜੀ ਉਹ ਤਾਂ ਸਰੀਰ ਛੱਡ ਗਿਆ। ਤੇ ਕਹਿਣ ਲੱਗੇ ਚਲੋ ਵੇਖਦੇ ਆ ਚੱਲ ਕੇ। ਬਾਬਾ ਟਲ ਜੀ ਨੇ ਗਲ ਵਿੱਚ ਖੂੰਡੀ ਪਾ ਕੇ ਉਹਨੂੰ ਸੀੜੀ ਤੋਂ ਉਠਾ ਲਿਆ। ਕਹਿੰਦੇ ਉੱਠ, ਵੱਡਾ ਸਤਾਨ ਨਾ ਹੋਵੇ, ਦਾਈ ਦੇਣ ਦਾ ਮਾਰਾ ਪੈ ਗਿਆ। ਉਹ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਿਆ, ਉੱਠ ਕੇ ਨਾਲ ਤੁਰ ਪਿਆ। ਸਾਰੇ ਹੈਰਾਨ ਹੋ ਗਏ, ਖੁਸ਼ੀਆਂ ਦੌੜ ਗਈਆਂ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਕੋਲ ਬਾਬਾ ਟਲ ਜੀ ਆਏ ਤਾਂ ਕੀ ਕਿਹਾ ਉਹਨਾਂ ਨੇ? ਉਹ ਕਹਿੰਦੇ ਸਪੁੱਤਰਾ, ਮਿਆਨ 'ਚ ਦੋ ਤਲਵਾਰਾਂ ਨਹੀਂ ਪੈਂਦੀਆਂ, ਇੱਕੋ ਹੀ ਪੈਂਦੀ ਹੈ। ਜਾਂ ਤੂੰ ਰਹੇਗਾ ਜਾਂ ਅਸੀਂ ਰਹਾਂਗੇ। ਬਾਬਾ ਟਲ ਜੀ ਸਮਝ ਗਏ। ਉਹਨਾਂ ਨੇ ਮਾਫੀ ਮੰਗੀ। ਜਾ ਕੇ ਜਿਹੜਾ ਮਾਤਾ ਕੌਲਾ ਦਾ ਉੱਥੇ ਸਰੋਵਰ ਬਣਿਆ, ਉੱਥੇ ਜਾ ਕੇ ਚਾਦਰ ਲੈ ਕੇ ਖੂੰਡੀ ਸਰਾਣੇ ਰੱਖ ਲਈ, ਲੇਟ ਗਏ। ਤਾਂ ਆਪਣਾ ਸਰੀਰ ਤਿਆਗ ਗਏ। ਪਰਿਵਾਰ ਬਰਲਾਪ ਕਰਨ ਲੱਗਿਆ। ਗੁਰੂ ਸਾਹਿਬ ਕਹਿੰਦੇ ਬਰਲਾਪ ਨਹੀਂ ਕਰਨਾ,
ਸਾਡੇ ਚੋਂ ਇੱਕ ਨੂੰ ਜਾਣਾ ਪੈਣਾ ਸੀ। ਇਹ ਗੁਰੂ ਸਾਹਿਬ ਦਾ ਬਚਨ ਹੈ। ਜਿਹੜੀ ਸ਼ਕਤੀ ਹੁੰਦੀ ਹੈ, ਜਿਹੜੀ ਪਾਵਰ ਹੁੰਦੀ ਹੈ, ਉਹ ਥਾਂ ਥਾਂ ਤੇ ਨਹੀਂ ਆਏ ਫਿਰਦੀ। ਜਿਹੜੀ ਬਾਬਾ ਜੀ ਨੇ ਘੋਰ ਤਪੱਸਿਆ ਕੀਤੀ, ਬਾਬਾ ਜੀ ਦਾ ਜੀਵਨ ਜਤ ਸਤ, ਉਹ ਕਿਤੇ ਥਾਂ ਥਾਂ ਤੇ ਨਹੀਂ ਹਰੇਕ ਲਈ ਫਿਰਦਾ। ਉਹ ਬਾਬਾ ਜੀ ਵਰਗਾ ਜਿਹੜਾ ਹੋਊਗਾ ਉਹ ਉੱਥੇ ਠਹਿਰੇਗਾ। ਇਹ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦਾ ਸਥਾਨ ਹੈ। ਇੱਥੇ ਜੀ ਆਇਆ ਸਾਰਿਆਂ ਨੂੰ ਕਿਹਾ ਜਾਂਦਾ। ਬੜੀ ਦੁਨੀਆ ਆਉਂਦੀ ਹੈ। ਮੈਨੂੰ ਮੈਦ ਹੈ ਹਜ਼ਾਰਾਂ ਇੱਥੇ ਰਹਿ ਕੇ ਬਿਹੰਗੋਂ ਬਣ ਕੇ ਵੀ ਚਲੇ ਗਏ। ਕੀ ਉਹ ਰੱਬ ਬਣ ਗਏ? ਜਿਹੜਾ ਮੈਦਾਨ ਹੀ ਛੱਡ ਗਿਆ, ਇੱਥੋਂ ਚਲੇ ਹੀ ਗਿਆ, ਉਹ ਕੀ ਬਣ ਗਿਆ? ਨਹੀਂ, ਬਾਬਾ ਜੀ ਦਾ ਬਚਨ ਸੀ, ਜਿਹੜਾ ਤਾਂ ਗਿਆ ਪ੍ਰਸੰਨਤਾ ਦੇ ਨਾਲ, ਹੁਕਮ ਦੇ ਨਾਲ ਗਿਆ। ਕਿਤੇ ਆਗਿਆ ਨਾ ਮਹਾਂਪੁਰਸ਼ਾਂ ਦੀ ਨਾ ਬੈਠਾ ਜਾ ਕੇ। ਉਹ ਤਾਂ ਭਾਈ ਚਾਰ ਚੰਨ ਗਾਹਾਂ ਵੀ ਲਾਉਂਦਾ ਹੈ। ਉਹ ਹੋਰ ਥਾਂ ਵੀ ਆਪਣੀ ਮਹਿਕ ਫੁਲਾਉਂਦਾ ਹੈ। ਜਿਹੜਾ ਆਪਣੀ ਮਰਜ਼ੀ ਨਾਲ ਕਿਸੇ ਲਾਲਚ ਦਾ ਮਾਰਾ, ਕਿਸੇ ਸਵਾਰਥ ਦਾ ਮਾਰਾ ਚਲਿਆ ਜਾਂਦਾ ਹੈ, ਉਹ ਤਾਂ ਲੋਭ ਲਾਲਚੀ ਹੋ ਕੇ ਜਾਂਦਾ ਹੈ, ਕਿਸੇ ਵਿਸ਼ੇ ਵਿਕਾਰਾਂ ਵਿੱਚ ਵਿਗੜ ਕੇ ਜਾਂਦਾ ਹੈ। ਬਾਬਾ ਜੀ ਕਹਿੰਦੇ ਸੀ ਭਾਈ, ਉਹ ਜਿਵੇਂ ਇੱਕ ਇੱਥੋਂ ਡਾਹਣੀ ਨਾ ਪੱਤਾ ਟੁੱਟ ਜੇ ਉਹ ਫਿਰ ਖਰਾਬ ਹੁੰਦਾ, ਉਹ ਖਰਾਬ ਹੋਣ ਵਾਲੀ ਗੱਲ ਹੈ। ਇਹ ਬਾਬਾ ਆਨੰਦ ਸਿੰਘ ਜੀ ਦਾ ਸਥਾਨ, ਇਹ ਬਿਹੰਗਮੀ ਸਥਾਨ, ਇੱਥੇ ਬਾਬਾ ਜੀ ਨੇ ਬੜੀ ਕਿਰਪਾ ਰੱਖੀ ਹੈ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ 7 ਲੱਖ ਬੰਦੇ ਨੂੰ ਅੰਮ੍ਰਿਤ ਛਕਾਇਆ। ਕਿਹਦਾ ਕੰਮ ਕੀਤਾ? ਕਿਸੇ ਬੰਦੇ ਦਾ ਕੰਮ ਨਹੀਂ, ਪੰਥ ਦਾ ਕੰਮ ਕੀਤਾ। ਗੁਰੂ ਕਰਨੀਧਰ ਪਾਤਸ਼ਾਹ ਦਾ ਕੰਮ ਕੀਤਾ। ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਉਹ ਫਿਰ ਬਚਨ ਘੜਦਾ ਇੱਥੇ, ਸੰਤ ਗੋਬਿੰਦ ਕਾ ਇੱਕੋ ਕਾਮ, ਸੋਈ ਸੰਤ ਜੋ ਭਾਵੇ ਰਾਮ। ਉੱਥੇ ਸੰਤ ਗੋਬਿੰਦ ਕਾ ਇੱਕ ਕੰਮ ਬਣਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ। ਸਮੇਂ ਸਮੇਂ ਅਨੁਸਾਰ ਟਾਈਮ ਬਦਲਦਾ ਗਿਆ। ਗੁਰੂ ਸਾਹਿਬ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤੀ ਹੈ। ਅਸੀਂ ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਅਸੀਂ ਇਸ ਤੋਂ ਵਾਂਝੇ ਨਹੀਂ ਰਹਿਣਾ। ਬਾਬਾ ਜੀ ਦਾ ਬਚਨ ਸੀ, ਜਦੋਂ ਬੰਦਾ ਅੰਮ੍ਰਿਤ ਛਕ ਲੈਂਦਾ ਉਸ ਟਾਈਮ ਤੇ ਉਹਦਾ ਇੱਕ ਫਿਰ ਪਰਮਾਰਥ ਦੇ ਵਿੱਚ ਇੱਕ ਡਰੈਸ ਅੱਡ ਹੋ ਜਾਂਦਾ ਹੈ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ, ਉਸ ਟਾਈਮ ਤੇ ਪੁੱਛਦੇ ਆ ਤੁਹਾਡਾ ਪਿਤਾ ਕੌਣ ਹੈ? ਉੱਥੇ ਕਹਿਣਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜੀ। ਤੇ ਜਦੋਂ ਆਪਣਾ ਵਾਸੀ ਆਨੰਦਪੁਰ ਸਾਹਿਬ ਦੇ, ਇਹ ਸਾਡਾ ਡਰੈਸ ਹੋ ਜਾਂਦਾ। ਫਿਰ ਜਮਦੂਤਾਂ ਨੂੰ ਸਮਾਂ ਨਹੀਂ ਬਣਦਾ। ਇਸ ਲਈ ਗੁਰਮੁਖ ਪਿਆਰਿਓ, ਅਸੀਂ ਅੰਮ੍ਰਿਤ ਜ਼ਰੂਰ ਛਕਣਾ, ਗੁਰੂ ਵਾਲੇ ਬਣਨਾ। ਬਾਬਾ ਜੀ ਨੇ ਇੱਥੇ ਰਹਿ ਕੇ ਬਹਿ ਕੇ ਵਚਨ ਕਰਨੇ, ਸਾਡੇ ਤੇ ਬੜੀ ਕਿਰਪਾ ਕਰਦੇ ਸੀ। ਬਚਨ ਸੁਣਾਉਂਦੇ ਸੀ ਸੰਗਤਾਂ ਨੂੰ। ਹੁਣ ਭਾਈ ਇਹ ਜਿਹੜਾ ਸਮਾਂ, ਇਹ ਅੱਜ ਦੇਖ ਲਓ, ਹੁਣ ਇਕੱਠ, ਅੱਜ ਇਕੱਠ ਕੁਛ ਹੋਇਆ ਸੀ ਪੂਰਨਮਾਸੀ ਤੇ ਕਾਫੀ ਸੰਗਤਾਂ ਆਈ ਗਈਆਂ, ਪਰ ਲੋਕ ਬਹੁਤ ਸਿਆਣੇ ਆ, ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਦੇ ਆ। ਅਸੀਂ ਵੀ ਸਾਰਿਆਂ ਨੂੰ ਕਹਿੰਦੇ ਆ ਬਈ ਇੱਕ ਦੂਜੇ ਤੋਂ ਥੋੜੀ ਜੀ ਦੂਰੀ ਬਣਾ ਕੇ ਰੱਖੋ ਤੇ ਆਪਣੇ ਆਪ ਦਾ ਖਿਆਲ ਰੱਖੋ। ਪਰ ਗੁਰੂ ਦੀ ਨਾਲ ਕਿਰਪਾ ਵੀ, ਜਿਵੇਂ ਦਵਾਈ ਵੀ ਤੇ ਦੁਆ ਵੀ, ਇਹ ਦੋਨੇ ਚੀਜ਼ਾਂ ਚੱਲਣੀਆਂ ਚਾਹੀਦੀਆਂ। ਸਾਡੇ ਤੇ ਬਾਬਾ ਜੀ ਨੇ ਮਿਹਰ ਕੀਤੀ ਹੈ, ਸਾਨੂੰ ਪੂਰਨਮਾਸੀ ਦਾ ਦਿਹਾੜਾ ਬਖਸ਼ਿਆ। ਸਾਡੇ
ਗਿਆਨੀ ਰੇਸ਼ਮ ਸਿਉ ਹੋਣੀ 3-4 ਪੂਰਨਮਾਸੀਆਂ ਨਹੀਂ ਆਏ। ਪਤਾ ਨਹੀਂ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਬਈ ਉੱਥੇ ਨਹੀਂ ਬਚਨ ਵਿਲਾਸ ਹੁੰਦੇ, ਫਿਰ ਐਕਤੀ ਵੇਰ ਆਏ ਆ ਤੇ ਇਸ ਤਰ੍ਹਾਂ ਬਹੁਤ ਸੋਹਣਾ ਬੋਲਦੇ ਆ। ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਕਿਉਂ? ਜਿਹਨੇ ਗੁਰੂ ਦੀ ਟੇਕ ਰੱਖ ਕੇ ਬੋਲਣਾ, ਗੁਰੂ ਦਾ ਆਸਰਾ, ਗੁਰੂ ਦਾ ਨਿਸ਼ਾਨਾ। ਫਿਰ ਬਾਬਾ ਜੀ ਕਹਿੰਦੇ ਸੀ ਉਹ ਨਿਸ਼ਾਨਾ ਸਾਡੇ ਲਈ ਬਹੁਤ ਸਹੀ ਹੁੰਦਾ ਹੈ। ਅਸੀਂ ਆਪਣੇ ਮਾਲਕ ਨੂੰ ਕਦੇ ਭੁਲਾਉਣਾ ਨਹੀਂ। ਜਿਹੜੇ ਭੁੱਲ ਜਾਂਦੇ ਆ, ਫਿਰ ਬਾਬਾ ਜੀ ਕਹਿੰਦੇ ਸੀ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਫਿਰ ਉਹਨਾਂ ਨੂੰ ਰੋਗ ਵੀ ਲੱਗ ਜਾਂਦੇ ਆ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਆ। ਅਸੀਂ ਸਾਗਤ ਲੋਕਾਂ ਤੋਂ ਬਚਣਾ। ਸਾਗਤ ਲੋਕ ਕੌਣ ਹੈ? ਜਿਹੜੇ ਨਿੰਦਕ ਲੋਕ ਹੈ, ਚੰਗੇ ਪੁਰਸ਼ਾਂ ਦੀ ਨਿੰਦਿਆ ਕਰਦੇ ਆ, ਸੰਤਾਂ ਮਹਾਪੁਰਸ਼ਾਂ ਦੀ ਨਿੰਦਿਆ ਕਰਦੇ ਆ। ਜਿਹੜੇ ਮਹਾਪੁਰਸ਼ ਹੁੰਦੇ ਆ ਉਹ ਤਾਂ ਇੱਕ ਵਿਚੋਲੇ ਹੁੰਦੇ ਆ। ਜਿਵੇਂ ਹੱਬੇ ਸਾਗ ਕੜਾਵੇ ਡਿੱਠੇ, ਪੱਲੇ ਤੈਂਡੇ ਲਾਗੀ, ਤੈਂਡੀ ਬੰਦ ਸਮੈ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਇੱਕ ਇਸਤਰੀ ਹੁੰਦੀ ਹੈ, ਉਹ ਜਦੋਂ ਪੱਲੇ ਲੱਗ ਜਾਂਦੀ ਹੈ, ਆਨੰਦ ਕਾਰਜ ਹੁੰਦੇ ਆ, ਕੋਈ ਚਾਚਾ ਮਾਮਾ ਜਦੋਂ ਪੱਲਾ ਫੜਾ ਦਿੰਦਾ ਹੈ, ਫਿਰ ਸਾਰੀ ਜ਼ਿੰਦਗੀ ਉਸ ਘਰ ਦੀ ਬਣ ਜਾਂਦੀ ਹੈ। ਆਪਣੇ ਸਾਈਂ ਨੂੰ ਸਤਿਕਾਰ ਰੱਖਦੀ ਹੈ, ਉੱਥੋਂ ਪਰਿਵਾਰ ਪੈਦਾ ਹੁੰਦਾ ਹੈ ਤੇ ਉਹ ਫਿਰ ਸਾਈਂ ਵਾਲੀ ਬਣ ਜਾਂਦੀ ਹੈ, ਖਸਮ ਵਾਲੀ ਬਣ ਜਾਂਦੀ ਹੈ। ਉਹਨੂੰ ਫਿਰ ਪਾਸੇ ਆਸੇ ਨਹੀਂ ਝਾਕਣਾ ਪੈਂਦਾ। ਤੇ ਸਾਨੂੰ ਵੀ ਗੁਰੂ ਸਾਹਿਬ ਆਪਣਾ ਪੱਲਾ ਫੜਾਉਂਦੇ ਆ। ਕਦੋਂ? ਜਦੋਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬੰਦਾ ਛਕ ਲੈਂਦਾ, 5 ਕਕਾਰ ਪਾ ਲੈਂਦਾ, ਉਹ ਫਿਰ ਭਾਈ ਗੁਰੂ ਵਾਲਾ ਬਣ ਗਿਆ, ਸਾਈਂ ਵਾਲਾ ਬਣ ਗਿਆ। ਉਹਦਾ ਫਿਰ ਕੀ ਫਰਜ਼ ਹੈ? ਉਹਨੂੰ ਫਿਰ ਮੜੀਆਂ ਮਸਾਣੀਆਂ ਤੇ ਨਹੀਂ ਫਿਰਨਾ, ਉਹਨੇ ਕੱਚੇ ਲੋਕਾਂ ਕੋਲੇ ਨਹੀਂ ਜਾਣਾ, ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਇਹ ਕੌਣ ਦੱਸੇਗਾ? ਮਹਾਪੁਰਸ਼ ਦੱਸਣਗੇ। ਹੱਬੇ ਸਾਗ ਕੜਾਵੇ ਡਿੱਠੇ, ਪੱਲੇ ਤੈਂਡੇ ਲਾਗੀ, ਤੈਂਡੀ ਬੰਦ ਸਮੈ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਅਸੀਂ ਆਪਣੇ ਕੰਤ ਦੀ ਪਛਾਣ ਕਰਨੀ ਹੈ। ਕਿਵੇਂ ਕਰਾਂਗੇ? ਆਪਣੇ ਆਪ ਨਹੀਂ ਆਵੇਗੀ। ਕਿਵੇਂ ਆਵੇਗੀ ਕੰਤ ਦੀ ਪਛਾਣ? ਸਾਨੂੰ ਕਿਸੇ ਮਹਾਪੁਰਸ਼ ਦੇ ਚਰਨੀ ਲੱਗਣਾ ਪਵੇਗਾ, ਮਹਾਪੁਰਸ਼ ਦੀ ਸੰਗਤ ਕਰਨੀ ਪਵੇਗੀ, ਮਹਾਪੁਰਸ਼ ਦੇ ਨੇੜੇ ਲੱਗਣਾ ਪਵੇਗਾ। ਬਾਬਾ ਜੀ ਕਹਿੰਦੇ ਸੀ ਭਾਈ ਇਹ ਨਹੀਂ ਵੀ ਚੋਲੇ ਦਾ ਨਾਂ ਹੈ, ਜੇ ਵੱਡਾ ਸਾਰਾ ਚੋਲਾ ਪਾ ਲਿਆ, ਸੀਸੇ ਥਾਣੀ ਮੂੰਹ ਫੇਰ ਦੇਖ ਕੇ ਕਹੇ ਮੈਂ ਮਹਾਪੁਰਸ਼ ਹਾਂ, ਹੁਣ ਮੈਥੋਂ ਵੱਡਾ ਕੋਈ ਮਹਾਪੁਰਸ਼ ਨਹੀਂ। ਮਹਾਪੁਰਸ਼ ਦਾ ਕੋਈ ਜੀਵਨ ਹੋਵੇ, ਮਹਾਪੁਰਸ਼ ਦੀ ਕੋਈ ਕਰਨੀ ਹੋਵੇ, ਮਹਾਪੁਰਸ਼ ਦੀ ਕੋਈ ਕਮਾਈ ਹੋਵੇ। ਬਾਬਾ ਜੀ ਕਹਿੰਦੇ ਸੀ ਉਸ ਮਹਾਪੁਰਸ਼ ਦੀ ਅਸੀਂ ਭਾਲ ਕਰਨੀ ਹੈ। ਇੱਕ ਮਾਈਆਂ ਹੁੰਦੀਆਂ, ਮਾਈਆਂ, ਉਹਨਾਂ ਨੇ ਕੁੱਜਾ ਲੈਣਾ ਹੋਵੇ ਜਾਂ ਤੌੜਾ ਲੈਣਾ ਹੋਵੇ, ਕੋਈ ਚੀਜ਼ ਖਰੀਦਣੀ ਹੋਵੇ, ਮਿੱਟੀ ਦਾ ਭਾਂਡਾ, ਉਹ ਕਈ ਗਰੀ ਠੋਲੇ ਮਾਰ ਮਾਰ ਕੇ ਵੇਖਦੀਆਂ ਬਈ ਇਹ ਤਿੜਕਿਆ ਵਾ ਤਾਂ ਨਹੀਂ, ਇਹ ਕਿਤੇ ਪਿੱਲਾ ਤਾਂ ਨਹੀਂ। ਪਾਣੀ ਵੀ ਪਾ ਕੇ ਵੇਖ ਲੈਂਦੀਆਂ ਬਈ ਇਹ ਚਿਉਂਦਾ ਤਾਂ ਨਹੀਂ, ਇਹ ਤਾਂ ਨਹੀਂ ਵੀ ਲੀਕ ਆ, ਕਿਤੇ ਪੈਸੇ ਲੱਗੇ ਐਵੇਂ ਜਾਣ। ਇਸ ਲਈ ਅਸੀਂ ਮਹਾਪੁਰਸ਼ ਦੀ ਸੰਗਤ ਕਰਦੇ ਹਾਂ, ਉਹਨੂੰ ਚੰਗੀ ਤਰ੍ਹਾਂ ਠੰਗੋਰ ਲਓ, ਉਹਨੂੰ ਵਿਚਾਰ ਸੁਣ ਲਓ। ਫਿਰ ਬਾਬਾ ਜੀ ਕਹਿੰਦੇ ਜਦੋਂ ਇੱਕ ਗੇਰੀ ਠੰਗੋਰ ਲਿਆ ਫਿਰ ਪਿੱਛੇ ਨਹੀਂ ਹਟਣਾ। ਜੇ ਫਿਰ ਪਿੱਛੇ ਹਟਾਂਗੇ ਫਿਰ ਬਾਬਾ ਜੀ ਕਹਿੰਦੇ ਭਾਈ ਪਾਪਾਂ ਦੇ ਭਾਗੀ ਵੀ ਹੋ ਜਾਵਾਂਗੇ। ਕਈ ਐਸੇ ਬਾਬਾ ਜੀ ਕਹਿੰਦੇ ਕਲਯੁਗੀ ਲੋਕ ਹੁੰਦੇ ਆ,
ਉਹ ਨਿੰਦਿਆ ਚੁਗਲੀ ਕਰਕੇ ਬੁਰੀਆਂ ਬੁਰਾਈਆਂ ਗੱਲਾਂ ਕਰਕੇ ਬੰਦੇ ਨੂੰ ਤੋੜ ਦਿੰਦੇ ਆ, ਤੋੜ। ਤੇ ਇਸ ਲਈ ਬਾਬਾ ਜੀ ਕਹਿੰਦੇ ਪਹਿਲਾਂ ਠੰਗੋਰ ਲਓ। ਤੇ ਬਾਬਾ ਜੀ ਨੇ ਕਿੰਨੀ ਤਪੱਸਿਆ ਕੀਤੀ। ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ ਆ ਜਦੋਂ ਗੁਰਦੁਆਰਾ ਬਣਦਾ ਸੀ, ਮੱਛਕਾਂ ਪਾਈਆਂ ਹੁੰਦੀਆਂ ਸੀ, ਮਣ ਮਣ ਡੇਢ ਡੇਢ ਮਣ ਦਾ ਭਾਰ ਤੇ ਭਰੀਆਂ ਹੋਣੀਆਂ ਮੱਛਕਾਂ, ਤੇ ਉੱਤੋਂ ਲੈ ਕੇ ਥੱਲੇ ਤੱਕਰ ਗੁਰਦੁਆਰੇ ਤੇ ਪਾਣੀ ਪਾਉਣਾ, ਬੜੀ ਵੱਡੀ ਸੇਵਾ ਕਰਨੀ। ਤੇ ਆਹ ਸੇਵਾ ਦੇ ਨਾਲ ਫਿਰ ਬਾਬਾ ਜੀ ਨੇ ਪਹਿਲਾਂ ਤਾਂ ਗੁਰੂ ਘਰ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਨੀ। ਫਿਰ ਸ਼ਾਮ ਨੂੰ 6 ਵਜੇ ਸ਼ਾਮ ਦੇ ਟਾਈਮ ਇਸ਼ਨਾਨ ਪਾਣੀ ਕਰਕੇ ਗਾਗਰ ਚੱਕਣੀ, ਗਾਗਰ ਲੈ ਕੇ ਫਿਰ ਝੋਲਡਾ ਤੋਂ ਜਲ ਲੈ ਕੇ ਆਉਣਾ। 2 ਘੰਟੇ ਉੱਥੇ ਆਰਾਮ ਕਰਨਾ, 10 ਵਜੇ ਜਾ ਕੇ ਤੇ 12:30 1 ਵਜੇ ਇਸ਼ਨਾਨ ਕਰਕੇ ਗਾਗਰ ਚੱਕ ਲੈਣੀ ਤੇ 5 5:30 ਨੂੰ ਫੇਰ ਇੱਥੇ ਆ ਜਾਂਦੇ ਸੀ। ਤੇ ਘੰਟਾ 2 ਘੰਟੇ ਇੱਥੇ ਆ ਕੇ ਆਰਾਮ ਕਰਨਾ। ਜੇ ਨਹੀਂ ਲੱਗਿਆ ਟਾਈਮ ਤਾਂ ਨਹੀਂ ਸਿਆ, ਫਿਰ ਲਲਕਰਾ ਵੱਜ ਜਾਂਦਾ ਸੀ। ਬਾਬਾ ਜੀ ਨੇ ਜਦੋਂ ਆਉਣਾ ਇੱਥੇ, ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਜਦੋਂ ਸੇਵਾ ਸ਼ੁਰੂ ਹੋ ਜਾਣੀ 8-9 ਵਜੇ, ਸਭ ਤੋਂ ਪਹਿਲਾਂ ਬਾਬਾ ਜੀ ਦਾ ਨਾਂ ਲੈਣਾ, ਸੱਦੋ ਨਰਾਇਣੇ ਨੂੰ ਕਿੱਥੇ ਆ। ਬਾਬਾ ਜੀ ਕਹਿੰਦੇ ਸੀ ਇੰਨਾ ਮਹਾਂਪੁਰਸ਼ ਕਿਹਦਾ ਨਾਂ ਵੱਧ ਲੈਂਦਾ, ਜਿਹਦੇ ਨਾਲ ਪਿਆਰ ਹੋਵੇ। ਬਾਬਾ ਜੀ ਨੂੰ ਸੱਦਣਾ ਤੇ ਕਹਿਣਾ ਚੱਲ ਬਈ ਚੱਕ ਲਾ ਕਹੀ, 200 ਬੋਰੀ ਦਾ ਘਾਣ ਪਾਉਣਾ, ਫਿਰ ਬਜਰੀ ਵੱਢਣੀ ਤੇ ਉਹਨਾਂ ਚਿਰ ਢੂਹੀ ਨਹੀਂ ਸਿੱਧੀ ਕਰਨ ਦੇਣੀ ਜਿੰਨਾ ਚਿਰ ਬਜਰੀ ਪਾਇਆ ਨਾ ਜਾਵੇ। ਹੁਣ ਤਾਂ ਮਸ਼ੀਨਰੀ ਯੁੱਗ ਹੈ, ਸਾਰਾ ਕੁਝ ਮਸ਼ੀਨਾਂ ਨਾਲ ਹੁੰਦਾ ਹੈ। ਅੱਜ ਜਿਹੜਾ ਗੁਰੂ ਘਰ ਬਣਿਆ ਹੋਇਆ ਇਹ ਸਾਰਾ ਹੱਥੀਂ ਬਣਿਆ ਵਾ, ਹੱਥੀਂ। ਹੁਣ ਕਈ ਮਲੰਗ ਲੋਕ ਇਹਨੂੰ ਖਰਾਬ ਕਰਨ ਤੇ ਵੀ ਲੱਗੇ ਹੋਏ ਆ। ਕੋਈ ਚੱਕ ਕੇ ਕਿਤੇ ਚੀਜ਼ ਬਣਾ ਦਿੰਦਾ, ਕੋਈ ਚੱਕ ਕੇ ਕਿਤੇ ਚੀਜ਼ ਬਣਾ ਦਿੰਦੇ ਆ। ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹਦਾ ਇਸ ਘਰ ਦਾ ਇਹ ਕਿੱਡਾ ਵੱਡਾ ਨਾਂ ਹੈ, ਕਿੱਡੀ ਵੱਡੀ ਇਸ ਘਰ ਦਾ ਸਤਿਕਾਰ ਹੈ। ਆ ਸਰੋਵਰ ਦੇ ਉੱਤੋਂ ਦੀ ਜੋੜੇ ਲੰਘਣੋਂ ਨਹੀਂ ਹਟਦੇ। ਜਿੱਦੇ ਚੱਕ ਲਈ ਨਾ ਡਾਂਗ, ਇੱਥੇ ਫਿਰ ਨੇੜੇ ਨਹੀਂ ਆਉਣਾ ਕਿਸੇ ਨੇ। ਸਰੋਵਰ ਤੋਂ ਦੀ ਜੋੜੇ ਲੈ ਕੇ ਮੋਟਰਸਾਈਕਲ ਲੈ ਕੇ ਲੰਘਦੇ ਆ। ਇਹੋ ਜਿਹੇ ਬਦਮਾਸ਼ ਲੋਕ ਹੈ, ਇਹਨਾਂ ਨੂੰ ਜੇ ਇੱਜ਼ਤ ਹੋਵੇ ਤੇ ਕਿਉਂ ਲੰਘਣ? ਜੇ ਇਹਨਾਂ ਦੇ ਮਨ 'ਚ ਸਤਿਕਾਰ ਹੋਵੇ ਕਿਉਂ ਲੰਘਣ? ਇਹ ਤਾਂ ਹੀ ਲੰਘਦੇ ਆ, ਇਹਨਾਂ 'ਚ ਸਤਿਕਾਰ ਨਹੀਂ, ਉੱਤੋਂ ਚੋਲੇ ਪਾਏ ਹੋਏ ਆ। ਇਹੋ ਜਿਹੇ ਲੋਕ ਵੀ ਆ। ਇਸ ਲਈ ਅਸੀਂ ਭਾਈ ਲੱਖਾ ਸੇ ਉਹਨਾਂ ਵਿਚਾਰ ਕੀਤੀ ਸੀ। ਉਹ ਕਹਿੰਦੇ ਸੀ ਜੀ ਆਪਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਬਈ ਇਹੋ ਜਿਹੇ ਜਿਹੜੇ ਲੋਕ, ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਇੱਥੇ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ, ਸਾਨੂੰ ਸੰਕੋਚ ਕਰਨੀ ਚਾਹੀਦੀ ਹੈ। ਬਾਬਾ ਜੀ ਨੇ ਇੱਕੋ ਹੀ ਗੇਟ ਰੱਖਿਆ ਮੂਹਰੇ ਵੱਡਾ, ਇਹ ਇੱਕ ਕੋਈ ਇੱਧਰ ਗੇਟ ਕੱਢੀ ਬੈਠਾ, ਮਨ ਮਰਜ਼ੀਆਂ ਕਰਦੇ ਆ ਕੁਛ ਲੋਕ। ਪਰ ਨਾ ਬਈ ਇੱਥੇ ਮਨ ਮਰਜ਼ੀਆਂ ਨਹੀਂ ਚੱਲਣੀਆਂ। ਜਿਨ੍ਹਾਂ ਨੇ ਮਨ ਮਰਜ਼ੀਆਂ ਕੀਤੀਆਂ ਫਿਰ ਦੇਖ ਲਓ ਕਿਹੜੇ ਰਾਹ ਗਏ ਆ। ਜੇ ਤੁਸੀਂ ਵੀ ਜਾਣਾ ਤਾਂ ਫਿਰ ਤੁਸੀਂ ਵੀ ਕਰ ਲਓ। ਨਾ ਭਾਈ ਇੱਥੇ ਤਾਂ ਭੈ ਨਾ, ਭੈ ਵਿੱਚ ਭਗਤੀ ਹੈ, ਭੈ ਵਿੱਚ। ਬਾਬਾ ਜੀ ਕਹਿੰਦੇ ਸੀ ਆਪਣੇ ਮਾਲਕ ਦਾ ਭੈ ਰੱਖਣਾ, ਉਹਨੂੰ ਨੇੜੇ ਵੇਖਣਾ। ਤੇ ਫਿਰ ਬਾਬਾ ਜੀ ਕਹਿੰਦੇ ਭਾਈ ਭਗਤੀ ਹੈ। ਚੋਲੇ ਪਾਉਣ ਦਾ ਕੱਲਾ ਨਾਂ ਭਗਤੀ ਨਹੀਂ ਹੈ। ਆ ਜਿਹੜੀ ਮਰਜ਼ਾਦਾ, ਇੱਥੋਂ ਦਾ ਟਾਈਮ, ਇਹ ਸਾਰਾ ਬਾਬਾ ਜੀ ਨੇ ਦੱਸਿਆ ਹੈ। ਅਸੀਂ ਸੈਕਟਰੀ ਸਾਹਿਬ ਨੂੰ ਵੀ ਦੱਸਦੇ ਹੁੰਨੇ ਆ, ਇਹ ਵੀ ਕਈ ਵਾਰੀ ਟਾਈਮ ਵੱਧ ਲਾ ਜਾਂਦੇ ਆ। ਇੱਥੇ ਬਾਬਾ ਜੀ ਨੇ ਟਾਈਮ ਰੱਖਿਆ ਸੀ ਬਈ ਜਿਹੜਾ ਸੈਕਟਰੀ ਹੋਵੇ ਉਹਨੇ ਪਹਿਲਾਂ 5-7 ਮਿੰਟ ਆਪ ਬੋਲਣਾ ਹੈ, ਸੰਗਤਾਂ ਨੂੰ ਜੀ ਆਇਆ ਆਖਣਾ ਹੈ। ਇਹ ਨਹੀਂ ਵੀ ਇੱਥੇ ਪ੍ਰਚਾਰ ਕਰਨ ਲੱਗ ਜਾਣਾ ਇਧਲੇ ਉਧਲੇ। ਜੀ ਆਇਆ ਸੰਗਤਾਂ ਨੂੰ ਕਹਿ ਕੇ ਬਈ ਜਿੰਨੀਆਂ ਸੰਗਤਾਂ ਆਈਆਂ ਸਾਰੇ ਭਾਈ ਸਾਡੇ ਸਿਰ ਮੱਥੇ, ਸਭ ਨੂੰ ਅਸੀਂ ਜੀ ਆਇਆ ਆਖਦੇ ਹਾਂ। ਹੁਣ ਰਾਗੀ ਸਿੰਘਾਂ ਦਾ ਟਾਈਮ ਹੈ।
ਘੱਟੋ ਘੱਟ 3 ਜਾਂ 4 ਜਥਿਆਂ ਨੂੰ 10-10 ਮਿੰਟ ਟਾਈਮ ਦੇਣਾ, ਉਦੋਂ ਬਾਅਦ ਫਿਰ ਥੋੜਾ ਥੋੜਾ ਟਾਈਮ ਕਰ ਦੇਣਾ, ਤੇ ਇਸ ਤਰ੍ਹਾਂ ਫਿਰ ਅਗਲਾ ਸਮਾਂ ਐ ਸਾਹਮਣਾ। ਐ ਬਾਬਾ ਜੀ ਨੇ ਇੱਥੋਂ ਦੀ ਮਰਜ਼ਾਦਾ ਰੱਖੀ ਹੋਈ ਹੈ, ਤੇ ਜੇ ਕੋਈ ਮਰਜ਼ਾਦਾ ਨੂੰ ਵਿਗਾੜੇਗਾ ਤੇ ਫਿਰ ਭਾਈ ਕਿਹਾ ਵੀ ਜਾਵੇਗਾ। ਤੇ ਇਸ ਤਰ੍ਹਾਂ ਭਾਈ ਅਸੀਂ ਤਾਂ ਹੁਣ ਸਿਰਫ ਟੂਕਾਂ ਦੇ ਰਹੇ ਹਾਂ, ਜਗਾ ਰਹੇ ਹਾਂ ਬਈ ਆਪਣੀ ਆਪਣੀ ਮਰਜ਼ਾਦਾ ਵਿੱਚ ਸਾਰੇ ਬੰਦੇ ਰਹੋ, ਮਰਜ਼ਾਦਾ ਤੋਂ ਬਾਹਰ ਨਾ ਜਾਓ। ਕਈ ਲੋਕ ਇੱਥੇ ਆਉਂਦੇ ਆ, ਸੱਚੇ ਸੁੱਚੇ ਲੋਕ ਹੈ, ਕਈ ਚੋਲੇ ਪਾ ਕੇ ਪੈਸੇ ਮੰਗਦੇ ਫਿਰਦੇ ਆ, ਉਹਨਾਂ ਦੇ ਮੂੰਹ ਤੇ ਚਪੇੜ ਮਾਰਿਆ ਕਰੋ, ਸਾਡੇ ਕੋਲੇ ਲਿਆਓ, ਅਸੀਂ ਛਿੱਤਰ ਮਾਰਾਂਗੇ ਜਿਹੜੇ ਇੱਥੇ ਪੈਸੇ ਮੰਗਦੇ ਆ। ਕਿਸੇ ਨੂੰ ਪੈਸਾ ਨਹੀਂ ਦੇਣਾ, ਇਹ ਬਾਬਾ ਜੀ ਦਾ ਦਰ ਹੈ। ਬਾਬਾ ਜੀ ਕਹਿੰਦੇ ਸੀ ਭਾਈ ਇੱਥੇ ਜਿਹੜੇ ਜ਼ਿੰਮੇਦਾਰ ਆ ਇੱਥੋਂ ਦੇ, ਉਹਨਾਂ ਬੰਦਿਆਂ ਕੋਲੇ ਜਾਓ, ਉਹਨਾਂ ਨੂੰ ਦੱਸੋ, ਪੁੱਛੋ ਬਈ ਭਾਈ ਸਾਡੇ ਖੁਰਕ ਹੁੰਦੀ ਹੈ ਤੇ ਅਸੀਂ ਆ ਸੇਵਾ ਕਰਨੀ ਹੈ, ਫਿਰ ਉੱਥੇ ਸੇਵਾ ਕਰ ਲਵੋ। ਇਹ ਤਾਂ ਨਹੀਂ ਵੀ ਸੇਵਾ ਰੁਕੀ ਹੋਈ ਹੈ, ਸੇਵਾ ਤਾਂ ਸਾਰੇ ਚੱਲਦੀ ਹੈ। ਆ ਇੱਧਰਲੇ ਪਾਸੇ ਦੇਖਿਓ ਕਿੰਨੇ ਕਮਰੇ ਬਣਦੇ ਆ, ਆ ਨਾਲ ਹੀ ਕੰਧ ਦੇ, ਤੇ ਕਿਹਦੇ ਵਾਸਤੇ ਆ? ਸੰਗਤਾਂ ਵਾਸਤੇ। 30 ਤਾਂ ਬਾਥਰੂਮ ਬਣ ਰਹੇ ਆ, ਜਿਹਦੇ ਵਿੱਚ 15 ਬਾਥਰੂਮ ਤੇ ਇਸ਼ਨਾਨ ਘਰ ਮਾਈਆਂ ਵਾਸਤੇ, 15 ਹੀ ਬੰਦਿਆਂ ਵਾਸਤੇ ਆ ਕੰਧ ਦੇ ਪਹਿਲੇ ਪਾਸੇ, ਤੇ ਨਾਲ 15 ਕਮਰੇ ਬਣ ਰਹੇ ਆ। ਤੇ ਉਹ ਕਿਹਦੇ ਵਾਸਤੇ? ਜਿਹੜੀਆਂ ਆਈਆਂ ਗਈਆਂ ਸੰਗਤਾਂ ਜਿਨ੍ਹਾਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਮਿਲਦੀ, ਉਹਨਾਂ ਨੂੰ ਉੱਥੇ ਲਓ ਭਾਈ, ਇੱਥੇ ਆਰਾਮ ਕਰ ਲਓ। ਤੇ ਕੋਲੇ ਹੀ ਇਸ ਤਰੀਕੇ ਨਾਲ ਇੱਥੇ ਤਾਂ ਬਾਬਾ ਜੀ ਦਾ ਦਰ ਹੈ, ਜਗ੍ਹਾ ਬਣਦੀਆਂ ਬਣੀ ਜਾਂਦੀਆਂ। ਇਸ ਤਰ੍ਹਾਂ ਭਾਈ ਅਸੀਂ ਇਹ ਗੱਲਾਂ ਕਿਉਂ ਕਹੀਆਂ? ਸਾਨੂੰ ਇਹਨਾਂ ਗੱਲਾਂ ਦੀ ਕਹਿਣ ਦੀ ਲੋੜ ਪੈਂਦੀ ਹੈ, ਹੋਰ ਤਾਂ ਫਿਰ ਕਹਿਣ ਤੋਂ ਸੰਕੋਚ ਕਰ ਜਾਂਦੇ ਆ। ਨਾ ਭਾਈ ਇਹ ਬਾਬਾ ਜੀ ਦਾ ਸਥਾਨ ਹੈ। ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਆ ਰਿਹਾ। ਤੁਹਾਨੂੰ ਸਾਡੇ ਭਾਈ ਮਨਜੀਤ ਸਿੰਘ ਹੋਣੀ ਦੱਸ ਰਹੇ ਸੀ, ਬਾਬਾ ਜੀ ਨੇ ਬੜੀ ਮਹਾਨ ਸੇਵਾ ਕੀਤੀ ਹੈ, ਆਪਣੀ ਸਾਰੀ ਜ਼ਿੰਦਗੀ ਨਾਨਕਸਰ ਵਿੱਚ ਲਾਈ ਹੈ। ਅਸੀਂ ਵੀ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ ਹੈ, ਤੇ ਇਸ ਲਈ ਪਿੰਡ ਮਾਣੂਕਿਆਂ ਦੇ ਵਿੱਚ ਉੱਥੇ ਵੀ ਅਖੰਡ ਪਾਠ ਹੋਣਗੇ ਦੋਨੇ ਗੁਰਦੁਆਰਿਆਂ ਵਿੱਚ। ਤੇ ਅਗਲਾ ਪ੍ਰੋਗਰਾਮ ਫਿਰ ਕੁਛ ਝੋਲਡਾਂ ਦੀ ਧਰਤੀ ਤੇ ਤਪ ਸਥਾਨ ਤੇ 13 ਮੰਜ਼ਲੇ ਸਥਾਨ ਤੇ 20 ਤਰੀਕ ਦੀ ਨਾਲੇ ਮੱਸਿਆ, ਨਾਲੇ ਉਹਦੇ ਅਖੰਡ ਪਾਠਾਂ ਦੇ ਭੋਗ ਪੈਣਗੇ ਤੇ ਉੱਥੇ ਸਮਾਪਤੀ ਹੋਵੇਗੀ। ਤੇ ਇਸ ਤਰ੍ਹਾਂ ਭਾਈ ਇਹ ਪ੍ਰੋਗਰਾਮ ਹੈ 31 ਵੇਰ। ਤੇ ਕਿਉਂ ਸਰਕਾਰਾਂ ਦੇ ਪ੍ਰਸ਼ਾਸਨ ਦੇ ਇਹ ਹੁਕਮ ਹੈ 31 ਵੇਰ ਹਜੇ ਇਕੱਠ ਵਾਲੇ ਨਹੀਂ ਕਰਨੇ, ਆਪਾਂ ਇਕੱਠਾਂ ਦਾ ਸੰਕੋਚ ਵੀ ਰੱਖਣਾ। ਸਾਰੀ ਸੰਗਤ ਆਪਣਾ ਦੂਰ ਬਣਾ ਕੇ ਬੈਠਿਆ ਕਰੋ, ਇੱਕ ਦੂਜੇ ਤੋਂ ਮੂੰਹ ਬੰਨ੍ਹ ਕੇ ਬੈਠਿਆ ਕਰੋ। ਜਦੋਂ ਭਾਈ ਕਈ ਬੰਦੇ ਢਿੱਲੇ ਮੱਠੇ ਹੁੰਦੇ ਆ ਤੇ ਕਈਆਂ ਨੂੰ ਖੰਘ ਵਗੈਰਾ ਹੁੰਦੀ ਹੈ, ਉਹ ਜ਼ਰੂਰ ਮੂੰਹ ਬੰਨ੍ਹ ਕੇ ਬੈਠੋ। ਤੇ ਇਸ ਤਰ੍ਹਾਂ ਸੰਕੋਚ ਕਰਨਾ ਤਾਂ ਇਹ ਚੰਗੀ ਗੱਲ ਹੈ। ਤੇ ਇਸ ਤਰ੍ਹਾਂ ਭਾਈ ਬਹੁਤ ਵੱਡੇ ਭਾਗਾਂ ਵਾਲਿਓ, ਜਿੰਨੇ ਵੀ ਸੰਗਤ ਆਏ ਹੋ, ਪੂਰਨਮਾਸੀ ਦੇ ਦਿਹਾੜੇ ਤੇ ਸਾਗਤ ਪੁਰਸ਼ਾਂ ਤੋਂ ਕੰਟਰੋਲ ਕਰਨਾ ਹੈ। ਸਾਗਤ ਪੁਰਸ਼ ਕੌਣ ਹੈ? ਜਿਹੜੇ ਭਾਈ ਲੋਕਾਂ ਨੂੰ, ਕਈ ਐਸੇ ਲੋਕ ਹੈ ਜਿਹੜੇ ਸਾਧੂ ਮਹਾਤਮਾ ਦੀ ਨਿੰਦਿਆ ਕਰਦੇ ਆ। ਬਾਬਾ ਜੀ ਕਹਿੰਦੇ ਸੀ ਨਿੰਦਿਆ ਨਹੀਂ ਕਰਨੀ, ਤੇ ਅਸੀਂ ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ। ਤੇ ਬਾਬਾ ਜੀ ਕਹਿੰਦੇ ਸੀ ਜਿਹੜੇ ਸਾਗਤ ਬਿਰਥੀ ਸਾਗਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਬਾਬਾ ਜੀ ਕਹਿੰਦੇ ਉਹਨਾਂ ਦੇ ਮੂੰਹ ਵਿੱਚੋਂ ਦੁਰਗੰਧ ਮਾਰਦੀ ਹੈ। ਜਿਹੜੇ ਸਾਗਤ ਪੁਰਸ਼ ਵਾ ਉਹਨਾਂ ਤੋਂ ਭਾਈ ਅਸੀਂ ਦੂਰੀ ਬਣਾ ਕੇ ਰੱਖਣੀ ਹੈ। ਤੇ ਇਸ ਤਰ੍ਹਾਂ ਬਿਰਥੀ ਸਾਗਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾ ਬਿਨਾ ਤਨ ਅੰਧ, ਮੁਖ ਆਵਤ
ਤਾਂ ਕੈ ਦਰਗੰਧ ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ। ਸਿਮਰਨ ਤੋਂ ਬਗੈਰ ਜਿਵੇਂ ਰਾਤ ਨੂੰ ਦੇਖ ਲਓ ਆਪਣਾ ਬੰਦਾ ਖਾ ਪੀ ਕੇ ਟੈਲੀਵਿਜ਼ਨ ਵੇਖ ਲਿਆ ਫਿਰ ਸੌਂ ਜਾਂਦਾ, ਫਿਰ ਤੜਕਿਓਂ ਉੱਠਦਾ ਹੀ ਨਹੀਂ ਹੈ। ਜੇ ਉਸ ਨੂੰ ਕਹਿੰਦਾ ਘਰ ਦਾ ਜੀ, ਕੋਈ ਮਾਤਾ ਕਹਿੰਦੀ ਹੈ ਜੀ ਉੱਠੋ ਇਸ਼ਨਾਨ ਪਾਣੀ ਕਰੋ ਤੇ ਤੁਸੀਂ ਕੋਈ ਨਿਤਨੇਮ ਕਰੋ, ਨਹੀਂ ਮੈਂ ਢਿੱਲਾ ਹੈ, ਮੇਰਾ ਸਰੀਰ ਠੀਕ ਨਹੀਂ ਹੈ, ਬਹਾਨਾ ਮਾਰ ਦਿੰਦਾ ਤੇ ਵੱਡੀ ਰਾਤ ਤੱਕ ਸੌਂਦਾ ਨਹੀਂ। ਨਾ ਭਾਈ, ਸੌਣਾ ਵੀ ਟਾਈਮ ਤੇ ਚਾਹੀਦਾ, ਉੱਠਣਾ ਵੀ ਅੰਮ੍ਰਿਤ ਵੇਲੇ ਟਾਈਮ ਤੇ ਚਾਹੀਦਾ। ਇਹ ਸਾਡੇ ਲਈ ਜ਼ਰੂਰੀ ਹੈ। ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ। ਦਿਨ ਤੁਰ ਫਿਰ ਕੇ ਲੰਘਾ ਲਿਆ, ਇੱਧਰ ਉੱਧਰ ਮੇਲ ਮਿਲਾਪ ਕਰਕੇ ਲੰਘਾ ਲਿਆ ਤੇ ਰਾਤ ਸੌਂ ਕੇ ਲੰਘਾ ਲਈ। ਮੇਘ ਬਿਨਾ ਜਿਉਂ ਖੇਤੀ ਜਾਏ। ਜਿਵੇਂ ਮੇਘ ਪੈਂਦਾ, ਬਾਰਿਸ਼ ਵਰਸਦੀ ਹੈ, ਇਹ ਨਹੀਂ ਵਰਸੀ ਤਾਂ ਉਹ ਖੇਤੀ ਉੱਥੇ ਉਹੇ ਜੀ ਨਹੀਂ ਹੁੰਦੀ। ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਜਿਉਂ ਕਿਰਪਣ ਕੇ ਨਰਾਰਥ ਦਾਮ। ਜਿਵੇਂ ਗੋਬਿੰਦ ਦੇ ਭਜਨ ਤੋਂ ਬਗੈਰ ਸਭ ਕੀਤੇ ਹੋਏ ਕੰਮ ਬੇਅਰਥ ਹੈ। ਜੇ ਖਾਸਮ ਨਹੀਂ ਨਾ ਖੁਸ਼ ਹੋਇਆ, ਉਹ ਕੰਮ ਕੀਤੇ ਬੇਅਰਥ ਹੈ। ਜੇ ਇਸਤਰੀ ਦਾ ਪਤੀ ਖੁਸ਼ ਨਹੀਂ ਤਾਂ ਉਸ ਇਸਤਰੀ ਨੂੰ ਬਾਬਾ ਜੀ ਕਹਿੰਦੇ ਸੀ ਭਾਈ ਉਹ ਤੇ ਫਿਰ ਨਾਰਾਜ਼ਗੀ ਰਹਿੰਦੀ ਹੈ। ਨਹੀਂ, ਜੇ ਪਤੀ ਨੂੰ ਖੁਸ਼ ਕਰਨਾ ਹੈ ਤਾਂ ਉਹਦਾ ਹੁਕਮ ਮੰਨਣਾ ਪਵੇਗਾ। ਅਸੀਂ ਆਪਣੇ ਮਾਲਕ ਦਾ ਹੁਕਮ ਮੰਨਣਾ ਹੈ। ਸਾਡੇ ਮਾਲਕ ਦਾ ਕੀ ਹੁਕਮ ਹੈ? ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਜੇ ਅਸੀਂ ਕੁਛ ਲੈਣਾ ਹੈ ਫਿਰ ਇੱਕ ਦਾਤੇ ਦੀ ਟੇਕ ਰੱਖਣੀ ਹੈ, ਇੱਕ ਆਪਣੇ ਖਸਮ ਦੀ ਟੇਕ ਰੱਖਣੀ ਹੈ। ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਵੀ ਜੇ ਦੂਜੇ ਪਾਸੇ ਅਗਲਾ ਕਹਿੰਦਾ ਦੇਖੋ ਬਈ ਕਿਤੇ ਆ ਤੁਰਿਆ ਫਿਰਦਾ ਐਵੇਂ ਹੀ ਭੂਤਾਂ ਪ੍ਰੇਤਾਂ ਵਾਲਿਆਂ ਪਾਸੇ ਤੇ ਹੋਰ ਪਾਸੇ ਇਹ ਤੁਰਿਆ ਫਿਰਦਾ, ਆਪਣੇ ਮਾਲਕ ਨੂੰ ਆਪਣੇ ਘਰ ਨੂੰ ਛੱਡ ਕੇ। ਨਹੀਂ, ਬਾਬਾ ਜੀ ਕਹਿੰਦੇ ਸੀ ਭਾਈ ਅੱਜ ਪਹਿਰਾ ਕਿਹਦਾ ਹੈ? ਪਹਿਰਾ ਹੈ ਗੁਰੂ ਨਾਨਕ ਦਾ ਤੇ ਰਾਜ ਹੈ ਕਲਯੁਗ ਦਾ। ਅਸੀਂ ਗੁਰੂ ਨਾਨਕ ਦੇ ਚਰਨ ਨਹੀਂ ਛੱਡਣੇ ਤੇ ਗੁਰੂ ਨਾਨਕ ਸਾਨੂੰ ਨਹੀਂ ਛੱਡੇਗਾ। ਤੇ ਇਸ ਤਰ੍ਹਾਂ ਬਾਬਾ ਜੀ ਕਿਰਪਾ ਕਰਦੇ ਸੀ। ਗੁਰੂ ਨਾਨਕ ਦੇ ਚਰਨ ਨਹੀਂ ਛੱਡਣੇ। ਜਿਵੇਂ ਚਰਨ ਕਮਲ ਹਿਰਦੇ ਵਸੈ ਸੰਕਟ ਸਭ ਖੋਵੈ। ਗੁਰ ਪੂਰਾ ਜਿਸ ਭੇਟੀ ਹੈ ਮਰ ਜਨਮ ਨਾ ਰੋਵੈ। ਜਿਹਨੇ ਪੂਰੇ ਗੁਰੂ ਦੀ ਆਪਣਾ ਆਪ ਭੇਟ ਕਰ ਦਿੱਤਾ, 2 ਟਾਈਮ ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਮੈਂ ਵੀ ਤੁਹਾਡਾ, ਪੁੱਤਰ ਧੀਆਂ ਵੀ ਤੁਹਾਡੇ, ਜਾਇਦਾਦ ਵੀ ਤੁਹਾਡੀ, ਸਾਨੂੰ ਸੱਚੇ ਪਾਤਸ਼ਾਹ ਆਪਣੇ ਬਣਾ ਲਓ। ਤੇ ਫਿਰ ਉਹ ਮਾਲਕ ਕਿਵੇਂ ਨਹੀਂ ਬਣਾਵੇਗਾ? ਬਾਬਾ ਜੀ ਕਹਿੰਦੇ ਜਦੋਂ ਇਹ ਅਰਦਾਸ ਕਰੂਗਾ ਫਿਰ ਬਾਹਾਂ ਲੜਾਉਂਦੇ ਫਿਰੋ, ਬੇਪਰਵਾਹ ਹੋ ਕੇ ਚੱਲੋ। ਜਿਸ ਕਾ ਸਾਹਿਬ ਡਾਡਾ ਹੋਏ ਉਸ ਨੂੰ ਮਾਰ ਨਾ ਸਕਾ ਕੋਏ। ਇਸ ਲਈ ਭਾਈ ਸਾਰੇ ਭਾਗਾਂ ਵਾਲਿਓ, ਸਾਡੇ ਗੁਰੂਆਂ ਨੇ ਬੜੇ ਬੜੇ ਕਾਰਨਾਮੇ ਕੀਤੇ ਆ, ਸਿੰਘਾਂ ਸ਼ਹੀਦਾਂ ਨੇ ਬੜੇ ਬੜੇ ਕਾਰਨਾਮੇ ਕੀਤੇ ਆ। ਆ ਕੱਲ੍ਹ ਪਰਸੋਂ ਨੂੰ ਭਾਈ ਮਨੀ ਸਿੰਘ ਦਾ ਸ਼ਹੀਦੀ ਪੁਰਬ ਆ ਰਿਹਾ। ਉਹਨਾਂ ਨੇ ਬੰਦ ਕਟਵਾ ਦਿੱਤਾ। ਬੰਦ ਕਿਉਂ ਕਟਾਇਆ ਸੀ? ਦੇਖੋ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਪਰਦਾ ਕਰਵਾ ਕੇ ਗੁਰੂ ਸਾਹਿਬ ਵੀਰ ਆਸਣ ਲਾ ਕੇ ਬਹਿੰਦੇ ਸੀ ਤੇ ਆਪ ਦੇ ਮਖਾਰ ਬਿੰਦੋਂ ਬਾਣੀ ਉਚਾਰਦੇ ਸੀ। ਭਾਈ ਮਨੀ ਸਿੰਘ ਜੀ ਲਿਖਦੇ ਸੀ। ਸਾਰਾ ਗੁਰੂ ਗ੍ਰੰਥ ਸਾਹਿਬ ਉੱਤੇ ਸੰਪੂਰਨ ਕੀਤਾ।
ਰਚਨਾ ਕੀਤੀ ਤਾਂ ਫਿਰ ਭਾਈ ਮਨੀ ਸਿੰਘ ਨੇ ਵਿੱਚੋਂ ਸਾਂਚੀਆਂ ਬਣਾਤੀਆਂ, ਜਿਵੇਂ ਗੁਟਕਾ ਸਾਹਿਬ, ਪੋਥੀ ਸਾਹਿਬ, ਤੇ ਇਸ ਤਰ੍ਹਾਂ ਬਣਾ ਦਿੱਤੇ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਮਨੀ ਸਿੰਘ ਤੂੰ ਸਾਡੀ ਬਾਣੀ ਦਾ ਅੰਗ ਕੀਤਾ ਹੈ, ਤੈਨੂੰ ਵੀ ਇਹਦੇ ਬਦਲੇ ਬੰਦ ਕਟਾਉਣਾ ਪਵੇਗਾ। ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਬਚਨ ਸੀ ਬਈ ਤੈਨੂੰ ਇਹਦੇ ਵੱਟੇ, ਇਹ 10 ਗੁਰੂਆਂ ਦੀ ਬਾਣੀ ਸੀ, ਤੇ ਪਰ ਉਹਨਾਂ ਨੇ ਸਿੱਖਾਂ ਵਾਸਤੇ ਸਖੈਣ ਰਸਤਾ ਤਾਂ ਕਢਵਾ ਦਿੱਤਾ ਭਾਈ ਮਨੀ ਸਿੰਘ ਨੇ, ਪਰ ਆਪ ਕਿੱਡੀ ਵੱਡੀ ਕੁਰਬਾਨੀ ਕੀਤੀ ਤੇ ਉਹਨਾਂ ਦਾ ਬੰਦ ਕੱਟਿਆ ਗਿਆ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਭਾਈ ਮਨੀ ਸਿੰਘ ਨੇ ਸਿੰਘਾਂ ਨੂੰ ਸੱਦਿਆ, ਉਹ ਮੌਕੇ ਦਾ ਵਾਰਸਾ, ਉਹਨੂੰ ਪੁੱਛ ਕੇ ਜਦੋਂ ਉੱਥੇ ਇਕੱਠ ਕੀਤਾ, ਪਤਾ ਲੱਗਿਆ ਬਈ ਇੱਥੇ ਮੁਸਲਮਾਨਾਂ ਨੇ ਘੇਰਾ ਪਾ ਲੈਣਾ। ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਮੋੜ ਦਿੱਤਾ ਤੇ ਫਿਰ ਉਹਨਾਂ ਨੇ ਹਰਜਾਨਾ ਮੰਗਿਆ। ਜਿਹੜੀ ਗੱਲ ਕੀਤੀ ਸੀ 5000, ਭਾਈ ਮਨੀ ਸਿੰਘ ਕਹਿੰਦੇ ਕਾਹਦਾ, ਅਸੀਂ ਤਾਂ ਇਕੱਠ ਹੀ ਨਹੀਂ ਕੀਤਾ। ਤੇ ਫਿਰ ਕਹਿੰਦੇ ਵੀ ਤੈਨੂੰ ਜਾਂ ਤਾਂ ਮੁਸਲਮਾਨ ਬਣਨਾ ਪਊਗਾ ਤੇ ਜਾਂ ਸਾਡਾ ਹਰਜਾਨਾ ਮੋੜਨਾ ਪਊ। ਉਹ ਕਹਿਣ ਲੱਗੇ ਵੀ ਅਸੀਂ ਕੋਈ ਹਰਜਾਨਾ ਨਹੀਂ ਮੋੜਨਾ, ਨਾ ਮੈਂ ਮੁਸਲਮਾਨ ਬਣਨਾ, ਜੋ ਕਰਨਾ ਕਰ ਲਓ। ਭਾਈ ਮਨੀ ਸਿੰਘ ਨੂੰ ਫਤਵਾ ਲਾ ਦਿੱਤਾ। ਕੀ ਲਾਇਆ ਬਈ ਇਹਨਾਂ ਨੂੰ ਅੰਗ ਕੱਢਿਆ, ਜੋੜ ਕੱਢੇ ਜਾਣ, ਜੋੜ। ਉਹ ਕਹਿਣ ਲੱਗਿਆ, ਜਦੋਂ ਅਖੀਰਲੇ ਟਾਈਮ ਪੁੱਛਦਾ ਜਲਾਦ ਬਈ ਕੋਈ ਮੰਗ, ਉਹ ਕਹਿੰਦਾ ਮੇਰੀ ਮੰਗ ਇਹ ਹੈ, ਮੇਰੇ ਗੁਰੂ ਦਾ ਹੁਕਮ ਹੈ, ਮੇਰਾ ਬੰਦ ਕੱਟਿਆ ਜਾਵੇ। ਬੰਦ ਆ ਉਂਗਲ ਦੀਆਂ 2 ਵਿੱਚ ਲੈਣਾ ਆਉਂਦੀਆਂ, ਇਹਨੂੰ ਬੰਦ ਕਹਿੰਦੇ ਆ 3। ਤੇ ਇਸ ਤਰ੍ਹਾਂ ਉਹ ਸੀ ਭਾਈ ਮਨੀ ਸਿੰਘ, ਉਹ ਸੀ ਸਿੰਘ ਸ਼ਹੀਦ। ਉਹਨਾਂ ਸ਼ਹੀਦਾਂ ਦੇ ਵੀ ਦਿਨ ਆਉਂਦੇ ਆ ਤੇ ਇਸ ਤਰ੍ਹਾਂ ਭਾਈ ਸ਼ਹੀਦ ਤਾਂ ਕੌਮ ਦਾ ਸਰਮਾਇਆ ਹੁੰਦੇ ਆ। ਸਾਡੇ ਗੁਰੂਆਂ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਜੀਵਾਂ ਤੇ ਸਾਨੂੰ ਉਹਨਾਂ ਸ਼ਹੀਦਾਂ ਤੋਂ, ਉਹਨਾਂ ਦੇ ਇਤਿਹਾਸਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਸੀਂ ਸਿੱਖੀਏ, ਇਤਿਹਾਸ ਪੜ੍ਹਿਆ ਕਰੀਏ, ਚੰਗੇ ਗ੍ਰੰਥ ਪੜ੍ਹਿਆ ਕਰੀਏ ਤੇ ਉਹਦੇ ਵਿੱਚੋਂ ਸਾਨੂੰ ਬੜਾ ਕੁਝ ਮਿਲੇਗਾ। ਆ ਮਾੜੀਆਂ ਚੀਜ਼ਾਂ ਛੱਡੋ, ਜਿਹੜੇ ਮੋਬਾਈਲਾਂ ਵਿੱਚ ਪੁੱਠੀਆਂ ਸਿੱਧੀਆਂ ਗੱਲਾਂ, ਇਹਨਾਂ ਨੂੰ ਛੱਡੋ, ਇਹਨਾਂ ਦੇ ਵਿੱਚ ਸਾਨੂੰ ਕੁਝ ਨਹੀਂ ਮਿਲਣ ਵਾਲਾ। ਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ, ਚੰਗੇ ਬਣਨਾ। ਸਾਡੇ ਨੌਜਵਾਨ ਮਾਈ ਭਾਈ ਸਾਰੇ, ਬਾਬਾ ਜੀ ਕਹਿੰਦੇ ਸੀ ਆਪਣੇ ਵੱਡਿਆਂ ਦੀ ਇੱਜ਼ਤ ਕਰਿਆ ਕਰੋ, ਵੱਡਿਆਂ ਨੂੰ, ਉਹਨਾਂ ਨੂੰ ਖੁਸ਼ ਰੱਖਿਆ ਕਰੋ। ਬੱਚਿਆਂ ਦਾ ਫਰਜ਼ ਹੈ ਮਾਤਾ ਪਿਤਾ ਦੀ ਸੇਵਾ ਕਰਨੀ। ਜਿਹੜੇ ਬੱਚੇ ਮਾਤਾ ਪਿਤਾ ਦੀ ਸੇਵਾ ਕਰਦੇ ਆ, ਉਹ ਬੱਚੇ ਭਾਗਾਂ ਵਾਲੇ ਬੱਚੇ ਹੁੰਦੇ ਆ। ਤੇ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਸੀ, ਮਾਪਾ ਭਾਵੇਂ ਕਿੱਡਾ ਵੀ ਹੋ ਜਾਵੇ, ਜੇ ਉਹਦਾ ਬਿਰਧ ਮਾਂ ਪਿਓ ਬੈਠਾ ਤਾਂ ਉਹਨਾਂ ਨੂੰ ਬੜੇ ਸਤਿਕਾਰ ਨਾਲ, ਉਹਨਾਂ ਨੂੰ ਰੱਬ ਵਾਂਗੂ ਸਮਝ ਕੇ ਸੇਵਾ ਕਰੋ। ਫਿਰ ਬਾਬਾ ਜੀ ਕਹਿੰਦੇ ਪਰਮਾਤਮਾ ਦੀ ਖੁਸ਼ੀ ਹੁੰਦੀ ਹੈ। ਇਸ ਲਈ ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਹੈ। ਅਸੀਂ ਭਾਈ ਮਾਤਾ ਪਿਤਾ ਦੀ ਸੇਵਾ ਕਰਨੀ ਹੈ, ਨਸ਼ਿਆਂ ਤੋਂ ਦੂਰ ਰਹਿਣਾ ਹੈ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਇਸ ਤਰ੍ਹਾਂ ਜਿਹੜਾ ਇਹ ਸਾਡਾ ਘਰ ਹੈ, ਸਾਨੂੰ ਆਪਣੇ ਘਰ ਵਾਸਤੇ ਕਈ ਗੱਲਾਂ ਦੱਸਣੀਆਂ ਪੈਂਦੀਆਂ ਸੰਗਤਾਂ ਦੇ ਵਿੱਚ। ਕਿਉਂ ਇੱਥੇ ਅਸੀਂ ਰਹਿੰਦੇ ਆ, ਨਿੱਕੇ ਹੁੰਦੇ ਰਹਿੰਦੇ ਆ, ਸਾਰੀ ਜ਼ਿੰਦਗੀ ਇੱਥੇ ਲਾਈ ਹੈ। ਪਰ ਜੇ ਇੱਥੇ ਆ ਕੇ ਕੋਈ ਗਲਤੀਆਂ ਕਰੇ ਤਾਂ ਉਹਨਾਂ ਨੂੰ ਫਿਰ ਕਹਿਣਾ ਵੀ ਸਾਡਾ ਫਰਜ਼ ਬਣਦਾ ਹੈ। ਤੇ ਇਸ ਤਰ੍ਹਾਂ ਭਾਈ ਤੁਸੀਂ ਭਾਗਾ, ਅੱਜ ਪੂਰਨਮਾਸੀ ਦਾ ਦਿਹਾੜਾ ਹੈ ਤੇ ਕਿੰਨਾ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਤੇ ਸਾਰੇ ਸਾਡੇ ਜਿੰਨੇ ਵੀ ਇੱਥੇ ਆਏ ਆ, ਅਸੀਂ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਮਹਾਂਪੁਰਸ਼ਾਂ ਨੂੰ ਜੀ ਆਇਆ ਆਖਦੇ ਆ, ਜੀ ਆਇਆ ਆਖਦੇ ਆ। ਕਿਉਂ ਇਹ ਘਰ ਵਾ ਜਿਹੜਾ, ਇਹ ਕਹਿਣ ਵਾਲਾ ਹੀ ਜੀ ਆਇਆ। ਜਦੋਂ ਸੈਕਟਰੀ ਸਾਹਿਬ ਉੱਠਦਾ, ਉਸ ਟਾਈਮ ਤੇ ਇੱਥੇ ਭਾਈ ਭਜਨ ਸੋਹਣੀ ਹੁੰਦੇ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਵਚਨ ਕਹਿਣਾ
ਮੈਂ ਜਿੰਨੀਆਂ ਵੀ ਸੰਗਤਾਂ ਆਈਆਂ ਅੱਜ ਪੂਰਨਮਾਸੀ ਦੇ ਦਿਹਾੜੇ ਤੇ ਦਾਸ ਵੱਲੋਂ ਸਾਰਿਆਂ ਨੂੰ ਜੀ ਆਇਆ, ਜੀ ਆਇਆ, ਜੀ ਆਇਆ ਆਏ ਆਖਣਾ। ਜਿੰਨੇ ਕਦਮ ਰੱਖੇ ਸਿਰ ਮੱਥੇ ਇੰਨੇ ਪਿਆਰ ਦੇ ਲਹਿਜੇ ਵਿੱਚ ਬੋਲਦੇ ਸੀ। ਇਹ ਨਹੀਂ ਸੀ ਕਿ ਸੈਕਟਰੀ ਦਾ ਕੰਮ ਹੈ ਇੱਥੇ ਸਾਖੀਆਂ ਤੋਲ ਕੇ ਬਹਿ ਜਾਵੇ ਵੀ ਪਹਿਲਾਂ ਆਪ ਹੀ ਸਾਖੀਆਂ ਸੁਣਾਉਣ ਲੱਗ ਜਾਵੇ। ਨਹੀਂ, ਸਾਖੀਆਂ ਤਾਂ ਰਾਗੀਆਂ ਨੇ ਸੁਣਾਉਣੀਆਂ, ਕੀਰਤਨ ਰਾਗੀਆਂ ਨੇ ਕਰਨਾ। ਤੇ ਇਸ ਤਰ੍ਹਾਂ ਭਾਈ ਥੋੜ੍ਹੇ ਜਿਹੇ ਚਕੰਨੇ ਰਹਿਣਾ ਪਊ ਸਾਰੇ ਪਾਸਿਆਂ ਤੋਂ। ਤੇ ਫਿਰ ਇਹ ਘਰ ਹੈ ਜਿਹੜਾ ਇਹ ਬਾਬਾ ਜੀ ਦਾ ਘਰ ਹੈ। ਇੱਥੇ ਜਿਹਨੂੰ ਪਤਾ ਹੈ ਮਰਜ਼ਾਦਾ ਦਾ ਉਹਨੂੰ ਫਿਰ ਇਹ ਦੱਸਣੀ ਪੈਂਦੀ ਹੈ। ਭਾਗਾਂ ਵਾਲਿਓ ਸਾਰੇ ਆਪਾਂ ਜਿੰਨੀਆਂ ਵੀ ਸੰਗਤਾਂ ਬੈਠੀਆਂ ਓਨੇ ਆਪਾਂ ਨਿਉਂਦਾ ਪਾ ਲਈਏ। ਇੱਕ ਆਪਾਂ ਨਿਤਨੇਮ ਨਹੀਂ ਛੱਡਣਾ, ਬਾਣੀ ਨਹੀਂ ਛੱਡਣੀ। ਜੇ ਕਿਸੇ ਤੋਂ ਬਾਣੀ ਨਹੀਂ ਪੜ੍ਹੀ ਜਾਂਦੀ, ਕਿਸੇ ਕਾਰਨ ਕਰਕੇ ਨਿਤਨੇਮ ਨਹੀਂ ਹੁੰਦਾ, ਉਹ ਮਹੀਨੇ ਵਿੱਚ ਪਾਠ ਕਰਾ ਲਵੇ। ਜੇ ਪਾਠ ਨਹੀਂ ਕਰਾ ਸਕਦਾ ਤਾਂ ਬਾਬਾ ਜੀ ਕਹਿੰਦੇ 2 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰੇ, ਜਾਂ ਜਪਜੀ ਸਾਹਿਬ ਦਾ 250 ਪਾਠ ਮਹੀਨੇ ਵਿੱਚ ਕਰੇ, ਜਾਂ ਵਾਹਿਗੁਰੂ ਸ਼ਬਦ ਦੀਆਂ ਮਾਲਾ 108 ਮਣਕੇ ਦੀ ਮਾਲਾ 6 ਮਾਲਾ ਮੂਲ ਮੰਤਰ ਦੀਆਂ ਰੋਜ਼ ਫੇਰੇ, ਜਾਂ ਵਾਹਿਗੁਰੂ ਸ਼ਬਦ ਦੀਆਂ 80 ਮਾਲਾ ਫੇਰੇ, ਜਾਂ ਰਾਮ ਰਾਮ ਦੀਆਂ 160 ਮਾਲਾ ਫੇਰੇ। ਜਿਹੜਾ ਹਿੰਦੂ ਭਾਈ ਹੈ ਬਾਬਾ ਜੀ ਕਹਿੰਦੇ ਸੀ ਫਿਰ ਮਹੀਨੇ ਵਿੱਚ ਪਾਠ ਦਾ ਫਲ ਮਿਲਦਾ ਹੈ। ਇਸ ਲਈ ਸਾਰੇ ਭਾਗਾਂ ਵਾਲਿਓ ਜਿੰਨੀਆਂ ਵੀ ਸੰਗਤਾਂ ਇੱਥੇ ਆਏ ਹੋ, ਬਹੁਤ ਵੱਡੇ ਭਾਗਾਂ ਵਾਲਿਓ, ਬਹੁਤ ਬਹੁਤ ਸਭ ਨੂੰ ਵਧਾਈਆਂ। ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਚੌਕਸ ਰਹੋ, ਫਿਰ ਗੁਰੂ ਦੀ ਮਿਹਰ ਬਣੀ ਰਹੇਗੀ। ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਿਆ ਕਰੋ। ਬਾਬਾ ਜੀ ਵਚਨ ਕਰਦੇ ਸੀ ਜੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਾਂਗੇ, ਫਿਰ ਬਾਬਾ ਜੀ ਦਾ ਵਚਨ ਸੀ ਜੈ ਜੈ ਪੇਖੋ ਤਾਏ ਹਜੂਰ, ਦੂਰ ਕਥੂ ਨਾ ਜਾਈ, ਰਵ ਰਹਾ ਸਰਬਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਾ ਵਿਸੜੈ, ਸੋ ਸੰਗੀ ਗਣੀਆਂ। ਮਾਲ ਕਦੇ ਵਿਸੜਦਾ ਨਹੀਂ। ਬਾਬਾ ਜੀ ਕਹਿੰਦੇ ਬੰਦੇ ਦੀਆਂ ਜਿਹੜੀਆਂ ਕਮਜ਼ੋਰੀਆਂ ਉਹ ਵਿਸੋੜਦੀਆਂ, ਮਾਲਕ ਨਹੀਂ ਵਿਸੜਦਾ। ਇਸ ਲਈ ਭਾਗਾਂ ਵਾਲਿਓ ਜਿੰਨੀਆਂ ਵੀ ਸੰਗਤਾਂ ਆਏ ਹੋ, ਹਾਂ ਹੁਣ ਪਿਆਰ ਦਾ ਸਬੂਤ ਸਾਰਿਆਂ ਤੋਂ ਲੈਣਾ। ਜਿੰਨੀਆਂ ਸੰਗਤਾਂ ਸਾਰੇ ਬਾਹਾਂ ਖੜੀਆਂ ਕਰਕੇ ਪਿਆਰ ਦਾ ਸਬੂਤ ਦਿਓ। ਹਾਂ ਬਈ ਨਿਤਨੇਮ ਕਰਾਂਗੇ, ਬਾਣੀ ਪੜਾਂਗੇ। ਭਾਗਾਂ ਵਾਲਿਓ ਸਾਰੇ ਬਹੁਤ। ਅਸੀਂ ਹੁਣ ਸਮਾਪਤੀ ਕਰਦੇ ਹਾਂ ਚੰਗਾ ਭਾਈ। ਹਾਂ ਭਾਗਾਂ ਵਾਲਿਓ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪਰਬ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।